ਅੱਜ ਦੇ ਦਿਨ ਸਮਝ ਲਓ 5 ਸਾਲ ਪਹਿਲਾਂ 31/1/2017 ਨੂੰ ਇਹ ਦਰਦਨਾਕ ਹਾਦਸਾ ਕੀਤਾ ਗਿਆ ਸੀ, ਹੋਇਆ ਨਹੀਂ ਸੀ ਜੀ। ਤੇ ਇਹਦੇ ਪਿੱਛੇ ਮਨਸ਼ਾ ਕੀ ਸੀ? ਇਹ ਪੋਲੀਟੀਕਲ ਸਾਜ਼ਿਸ਼ ਸੀਗੀ। ਇਹ ਕੀ ਲੋਕਾਂ ਦੇ ਵੋਟ ਦੇਣ ਦੇ ਰਾਈਟ ਨੂੰ ਪ੍ਰਭਾਵਿਤ ਕਰਨ ਦਾ ਛੜਯੰਤਰ ਸੀਗਾ। ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਇਹ ਕਿਹਾ ਸੀਗਾ ਵੀ ਜਿਹੜਾ ਮੌੜ ਬੰਬ ਬਲਾਸਟ ਦੀ ਤਫਤੀਸ਼ ਹੈ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਹਾਲਟ ਕਰੀ ਰੱਖਿਆ, ਰੋਕੀ ਰੱਖਿਆ। ਪਰ ਦੁੱਖ ਦੀ ਗੱਲ ਇਹ ਹੈ ਵੀ ਉਹਨਾਂ ਨੂੰ ਵੀ ਤਾਂ 4-5 ਮਹੀਨੇ ਵਧੀਆ ਮਿਲੇ ਸੀਗੇ। ਉਹਨਾਂ ਨੇ ਮੌਕੇ ਤੇ ਜਾ ਕੇ ਉਹ ਗੱਡੀ ਨੂੰ ਖੁਰਚ ਕੇ ਤਫਤੀਸ਼ੀਆਂ ਨੂੰ ਦਿਖਾਇਆ ਵੀ ਆਹ ਦੇਖੋ, ਇਹ ਰੰਗ ਪਹਿਲਾਂ ਮੈਰੂਨ ਸੀ, ਇਹ ਉਹੀ ਗੱਡੀ ਹੈ ਜਿਹੜੀ ਅਸੀਂ ਨੇ ਪੇਂਟ ਕੀਤੀ ਸੀ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨ ਦੀ ਕੋਈ ਸੀਰੀਅਸ ਕੋਸ਼ਿਸ਼ ਨਹੀਂ ਹੋਈ। ਬਈ ਬੇਅਦਬੀ ਦੇ ਮਾਮਲੇ ਨੂੰ 6 ਸਾਲ ਹੋ ਗਏ, ਉਹ ਅਜੇ ਤੱਕ ਕਨਕਲੂਡ ਤਾਂ ਹੀ ਨਹੀਂ ਕੀਤਾ ਵੋਟ ਬੈਂਕ ਕਰਕੇ। ਇਲੈਕਸ਼ਨ ਆ ਗਈਆਂ, ਪਰ ਇਹਦੇ ਵਿੱਚ ਤੁਸੀਂ ਦੇਖੋ ਵੀ ਜੇ ਏਕਤਾ ਹੁੰਦੀ ਤਾਂ ਫਿਰ ਜਿਹਨੂੰ ਵੀ ਡੇਰਾ ਹਮਾਇਤ ਦਿੰਦਾ ਉਹ ਪਾਰਟੀ ਹਾਰ ਕਿਉਂ ਜਾਂਦੀ ਹੈ। ਸਿਆਸੀ ਹਲਚਲਾਂ 'ਚ ਦਖਲਅੰਦਾਜ਼ੀ ਕਰਨ ਤੋਂ ਬਾਅਦ ਸਮੱਸਿਆਵਾਂ ਜ਼ਿਆਦਾ ਪੈਦਾ ਹੋਈਆਂ ਨੇ, ਫਾਇਦਾ ਕੋਈ ਹੋਇਆ ਨਹੀਂ। ਬਹੁਤ ਸਾਰੇ ਪ੍ਰੇਮੀਆਂ ਨੇ ਸਾਨੂੰ ਵੀ ਦੱਸੀ ਹੈ ਬਈ ਉਹ ਕਿਸੇ ਲੀਡਰ ਦੇ ਪਾਸ ਗਏ ਤੇ ਉਹਨੇ ਮੂੰਹ ਤੇ ਕਹਿਤਾ ਉੱਥੇ ਵੀ ਅਸੀਂ ਤੁਹਾਡਾ ਕੰਮ ਕਿਉਂ ਕਰੀਏ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ। 5 ਸਾਲ ਪਹਿਲਾਂ ਜਦੋਂ ਪਿਛਲੀਆਂ ਚੋਣਾਂ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਸਨ ਸਾਲ 2017 ਦੇ ਵਿੱਚ, ਉਦੋਂ ਮੌੜ ਮੰਡੀ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਦੇ ਦਿਨ ਯਾਨੀ ਕਿ 31 ਜਨਵਰੀ 2017 ਨੂੰ ਇੱਕ ਬੰਬ ਧਮਾਕਾ ਹੋਇਆ ਸੀ। ਚੋਣ ਜਲਸਾ ਚੱਲ ਰਿਹਾ ਸੀ। ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਉਸ ਦੇ ਨੇੜੇ ਇਹ ਬੰਬ ਧਮਾਕਾ ਹੋਇਆ ਸੀ। ਅੱਜ ਦੇ ਦਿਨ ਨੂੰ ਅਸੀਂ ਮਾਰਕ ਇਸ ਕਰਕੇ ਕਰ ਰਹੇ ਹਾਂ ਕਿ ਉਸ ਬੰਬ ਧਮਾਕੇ ਦੇ ਵਿੱਚ 5 ਮਾਸੂਮ ਬੱਚੇ, 2 ਬਾਲਗ ਮਰ ਗਏ, ਉਹਨਾਂ ਦੀ ਮੌਤ ਹੋ ਗਈ। 25 ਜਣਿਆਂ ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਹੋ ਗਏ। ਹਾਈ ਕੋਰਟ ਦੇ ਵਿੱਚ ਲਗਾਤਾਰ ਕੇਸ ਚੱਲਿਆ। ਸਿੱਟ ਵੀ ਖੈਰ ਇੱਕ ਤੋਂ ਸ਼ਾਇਦ ਵੱਧ 2 ਜਾਂ 3 ਹੀ ਬਣ ਗਈਆਂ, ਪਰ ਹੁਣ ਤੱਕ ਨਾ ਹੀ ਕੋਈ ਮੁਲਜ਼ਮ ਫੜਿਆ ਗਿਆ ਹੈ, ਨਾ ਹੀ ਕਿਸੇ ਨੂੰ ਕੋਈ ਇਨਸਾਫ ਮਿਲਿਆ ਹੈ। ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਲੜਿਆ ਜਾ ਰਿਹਾ ਹੈ। ਜਨਹਿਤ ਪਟੀਸ਼ਨ ਦੇ ਤਹਿਤ ਕੇਸ ਉੱਥੇ ਚੱਲ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਹਾਈ ਕੋਰਟ ਨੇ ਕਈ ਵਾਰ ਇਹ ਕਿਹਾ ਕਿ ਮਾਮਲੇ ਨੂੰ ਤੇਜ਼ੀ ਨਾਲ ਜਿਹੜਾ ਇਨਸਾਫ ਵੱਲ, ਜਾਂਚ ਵੱਲ ਲਿਜਾਇਆ ਜਾਵੇ, ਤਾਂ ਵੀ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹਨਾਂ ਗੱਲਾਂ ਦੇ ਕਾਰਨ ਕੀ ਸਿਆਸੀ ਸਨ? ਕੀ ਜਿਸ ਪਾਰਟੀ ਦੀ ਫਿਰ ਸਰਕਾਰ ਬਣੀ ਹੈ ਉਸ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਨਹੀਂ ਚਾਹੁੰਦੇ ਸਨ ਕਿ ਇਹ ਕੇਸ ਅੰਜਾਮ ਤੇ ਲੱਗੇ? ਜਾਂ ਇਸ ਮਾਮਲੇ ਦੇ ਪਿੱਛੇ ਜਿਹੜੇ ਉਮੀਦਵਾਰ ਦਾ ਮੈਂ ਨਾਮ ਲਿਆ ਹਰਮਿੰਦਰ ਸਿੰਘ ਜੱਸੀ, ਕਿ ਉਸ ਨੂੰ ਕੋਈ ਫਾਇਦਾ ਜਾਂ ਕੁਝ ਹੋਰ ਪਹੁੰਚਾਉਣ ਦੀ ਮਨਸ਼ਾ ਸੀ ਜਿਹੜਾ ਜਿਸ ਕਰਕੇ ਜਿਹੜਾ ਇਹ ਕੇਸ ਉੱਥੇ ਦਾ ਉੱਥੇ ਠੱਪ ਹੋ ਕੇ ਰਹਿ ਗਿਆ? ਕੇਸ ਵੀ ਕੋਈ ਛੋਟਾ ਨਹੀਂ ਹੈ। 7 ਜਣੇ ਮਰੇ ਨੇ ਤੇ 2 ਦਰਜਨ ਤੋਂ ਵੱਧ ਬੰਦੇ ਜ਼ਖਮੀ ਹੋਏ ਨੇ। ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦੇ ਰੂਪ ਵਿੱਚ ਲਿਜਾਉਣ ਵਾਲੇ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਇਸ ਵਕਤ ਸਕਾਈ ਨਿਊਜ਼ ਦੇ ਸਟੂਡੀਓ 'ਚ ਬਣੇ ਹੋਏ ਨੇ। ਜੋਸ਼ੀ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਮੂਹ ਦਰਸ਼ਕਾਂ ਨੂੰ। ਪਹਿਲਾਂ ਤਾਂ ਆਪਾਂ ਮੇਰੇ ਖਿਆਲ 'ਚ ਉਹ 7 ਜਣਿਆਂ ਨੂੰ ਸ਼ਰਧਾਂਜਲੀ ਦਈਏ ਜਿਨ੍ਹਾਂ ਦੀ ਮੌਤ ਹੋਈ ਅੱਜ ਦੇ ਦਿਨ, ਅੱਜ ਤੋਂ ਪੂਰੇ 5 ਸਾਲ ਪਹਿਲਾਂ ਚੋਣਾਂ ਦੇ ਦੌਰਾਨ। ਬੇਕਸੂਰ ਸੀਗੇ, ਬਿਲਕੁਲ ਹੀ ਮਾਸੂਮ ਸੀ, ਤੇ ਜਿਨ੍ਹਾਂ ਦਾ ਮੇਰੇ ਖਿਆਲ 'ਚ ਸਿਆਸਤ ਨਾਲ ਸ਼ਾਇਦ ਕੋਈ ਲੈਣਾ ਦੇਣਾ ਵੀ ਨਹੀਂ ਹੋਏਗਾ। ਕੀ ਟਿੱਪਣੀ ਦੇਣਾ ਚਾਹੋਗੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਰੀ ਹੈ ਸਾਡੇ ਹੁੰਦੇ? ਦੇਖੋ, ਪਰਮਾਤਮਾ ਉਹਨਾਂ ਰੂਹਾਂ ਨੂੰ ਸ਼ਾਂਤੀ ਬਖਸ਼ੇ। ਅੱਜ ਦੇ ਦਿਨ ਸਮਝ ਲਓ 5 ਸਾਲ ਪਹਿਲਾਂ 31/1/2017 ਨੂੰ ਇਹ ਦਰਦਨਾਕ ਹਾਦਸਾ ਕੀਤਾ ਗਿਆ ਸੀ, ਹੋਇਆ ਨਹੀਂ ਸੀ। ਤੇ ਇਹਦੇ ਵਿੱਚ ਵਾਰਦਾਤ ਸੀ, ਹਾਦਸਾ ਨਹੀਂ ਸੀ। ਹਾਂ, ਦੁੱਖ ਦੀ ਗੱਲ ਇਹ ਹੈ ਵੀ ਇਹਦੇ ਪਿੱਛੇ ਮਨਸ਼ਾ ਕੀ ਸੀ? ਇਹ ਪੋਲੀਟੀਕਲ ਸਾਜ਼ਿਸ਼ ਸੀਗੀ। ਇਹ ਕੀ ਲੋਕਾਂ ਦੇ ਵੋਟ ਦੇਣ ਦੇ ਰਾਈਟ ਨੂੰ ਪ੍ਰਭਾਵਿਤ ਕਰਨ ਦਾ ਛੜਯੰਤਰ ਸੀਗਾ। ਇਹਦੇ ਪਿੱਛੇ ਡੇਰੇ ਦਾ ਕੀ ਮਕਸਦ ਸੀ? ਕਿਉਂਕਿ ਤਫਤੀਸ਼ ਦੇ ਵਿੱਚ ਡੇਰਾ ਇਨਵੋਲਵ ਪਾਇਆ ਗਿਆ, ਡੇਰਾ ਸਿਰਸਾ। ਤੇ ਜਿਹੜੇ ਬੰਦੇ ਤਫਤੀਸ਼ ਤੋਂ ਬਾਅਦ ਮੌੜ ਬੰਬ ਬਲਾਸਟ ਦੇ ਵਿੱਚ ਦੋਸ਼ੀ ਪਾਏ ਗਏ ਜਾਂ ਨੋਮੀਨੇਟ ਕੀਤੇ, ਉਹ ਬਾਬਾ ਰਾਮ ਰਹੀਮ ਦੀ ਕਮਾਂਡ ਥੱਲੇ ਕੰਮ ਕਰਦੇ ਸੀ। ਉਹਨਾਂ ਦਾ ਆਪਦਾ ਕੋਈ ਪਰਪਸ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਸਾਧੂ ਬਣੇ ਹੋਏ ਸੀਗੇ ਤੇ ਉਹਨਾਂ ਨੇ ਸਮਰਪਿਤ ਕੀਤਾ ਹੋਇਆ ਸੀ ਰਾਮ ਰਹੀਮ ਨੂੰ। ਇਹਦੇ ਵਿੱਚ ਤੁਸੀਂ ਦੇਖ ਲਓ ਵੀ 5 ਸਾਲ ਦੇ ਵਿੱਚ ਇੱਕ ਵੀ ਜਿਹੜਾ ਹੈਗਾ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ, ਨਾ ਹੀ ਕੋਈ ਸੀਰੀਅਸ ਐਫਰਟਸ ਹੋਈ ਹੈ। ਇਹਦੇ ਵਿੱਚ ਅਸੀਂ PIL ਪਾਈ ਸੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਵਾਰ-ਵਾਰ ਇਹਨਾਂ ਨੂੰ ਐਕਸਪੀਡੀਸ਼ਲੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ, ਹਦਾਇਤਾਂ ਦਿੱਤੀਆਂ।
ਤੇ ਨਾਲ ਹੀ ਕਿਹਾ ਵੀ ਜਿਹੜਾ ਹੈਗਾ ਸਮਾਂ ਗੁਜ਼ਰਨ ਦੇ ਨਾਲ ਜਿਹੜਾ ਐਵੀਡੈਂਸ ਹੈ ਉਹ ਡਿਸਟਰਕਸ਼ਨ ਆਫ ਐਵੀਡੈਂਸ ਹੋ ਜਾਂਦੀ ਹੈ, ਐਵੀਡੈਂਸ ਖਤਮ ਹੋ ਜਾਂਦਾ, ਗਵਾਹਾਂ ਦੀ ਮੈਮਰੀ ਫੇਡ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਦਾ ਨਿਪਟਾਰਾ ਕੀਤਾ ਜਾਵੇ ਤਫਤੀਸ਼ ਦਾ। ਪਰ ਦੁੱਖ ਦੀ ਗੱਲ ਹੈ, ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਜਦੋਂ ਮੁੱਖ ਮੰਤਰੀ ਪੰਜਾਬ ਦਾ ਬਦਲਿਆ, ਸਰਕਾਰ ਬਦਲੀ, ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਇਹ ਕਿਹਾ ਸੀਗਾ ਵੀ ਜਿਹੜਾ ਮੌੜ ਬੰਬ ਬਲਾਸਟ ਦੀ ਤਫਤੀਸ਼ ਹੈ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਹਾਲਟ ਕਰੀ ਰੱਖਿਆ, ਰੋਕੀ ਰੱਖਿਆ। ਪਰ ਦੁੱਖ ਦੀ ਗੱਲ ਇਹ ਹੈ ਵੀ ਉਹਨਾਂ ਨੂੰ ਵੀ ਤਾਂ 4-5 ਮਹੀਨੇ ਵਧੀਆ ਮਿਲੇ ਸੀਗੇ। ਜਦੋਂ ਕੋਈ ਕਿਸੇ ਕੇਸ ਦੀ ਲੀਡ ਮਿਲੀ ਹੋਵੇ, ਦਿਸ਼ਾ ਮਿਲੀ ਹੋਵੇ ਵੀ ਇਹ ਕਿੱਥੋਂ ਕਿਵੇਂ ਹੋਇਆ, ਤੇ ਫਿਰ ਉਹਨੂੰ ਹੱਲ ਕਰਨਾ ਤਾਂ 1 ਮਹੀਨੇ ਦਾ ਕੰਮ ਵੀ ਨਹੀਂ ਹੁੰਦਾ। ਪਰ ਸੁਖੀ ਰੰਧਾਵਾ ਜੀ ਨੇ ਵੀ ਇਹਦੇ ਵਿੱਚ ਫਿਰ ਕੁਝ ਨਹੀਂ ਕੀਤਾ। ਪਰ ਜਿਸ ਤਰ੍ਹਾਂ ਤੁਸੀਂ ਡੇਰਾ ਸਿਰਸਾ ਦਾ ਨਾਮ ਲਿਆ ਹੈ ਇਸ ਮਾਮਲੇ ਦੇ ਵਿੱਚ, ਤਾਂ ਉਹ ਕਿਹੜੀਆਂ ਤਾਰਾਂ ਨੇ ਜਿਹੜੀਆਂ ਇਸ ਕੇਸ ਨੂੰ ਡੇਰਾ ਸਿਰਸਾ ਨਾਲ ਜੋੜਦੀਆਂ ਨੇ? ਦੇਖੋ, ਜਦੋਂ ਗੱਡੀ ਇਹ ਵੈਸੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਉਹ ਗੱਡੀ ਜਿਹੜੀ ਮੌਕੇ ਤੇ ਬਲਾਸਟ ਯੂਜ਼ ਕੀਤੀ ਜਿਹਦੇ ਵਿੱਚ 2 ਪ੍ਰੈਸ਼ਰ ਕੁੱਕਰ ਬੰਬ ਫਿੱਟ ਕੀਤੇ ਸੀਗੇ, ਉਹ ਜਿਹੜੀ ਗੱਡੀ 'ਚ ਬੈਟਰੀ ਲੱਗੀ ਸੀ, ਉਹ ਬੈਟਰੀ ਸਰਸੇ ਤੋਂ ਜਿਹੜੀ ਹੈਗੀ ਹੈ ਉਹ ਡੀਲਰ ਕੋਲੇ ਆਏ ਸੀ। ਡੀਲਰ ਤੋਂ ਪਤਾ ਲੱਗਿਆ ਵੀ ਇਹ ਸਰਸੇ ਪਰਚੇਜ ਕੀਤੀ ਹੈ। ਉਹ ਜਿਹੜੇ ਬੰਦੇ ਡੈਰੀ 'ਚ ਇਹ ਪਹਿਲੀ ਮੁੱਢਲੀ ਪੁਲਿਸ ਜਾਂਚ 'ਚ ਪਤਾ ਲੱਗ ਗਿਆ ਸੀ। ਜਾਂਚ ਦੇ ਵਿੱਚ ਫੈਕਟਸ ਆਏ ਹੋਏ ਨੇ, ਤੇ ਉਹ ਜਦੋਂ ਕਾਲ ਲੋਕੇਸ਼ਨ ਲੱਗੀ, ਉਹ ਜਿਹੜੇ ਨੋਮੀਨੇਟ ਕਰੇ ਨੇ ਕਿ ਉਹਨਾਂ 'ਚੋਂ ਇੱਕ ਬੰਦੇ ਦੀ ਉੱਥੇ ਕਾਲ ਲੋਕੇਸ਼ਨ ਉਸ ਸਮੇਂ ਦੀ ਹੈਗੀ ਹੈ, ਤੇ ਉਹ ਸੀਟਾਂ ਖਰੀਦੀਆਂ ਗਈਆਂ, ਉਹ ਗੱਡੀ ਚਲਾਈਆਂ ਗਈਆਂ। ਫਿਰ ਜਿਹੜੇ ਉਹ ਡੇਰੇ ਦੀ ਜਿਹੜੀ ਵਰਕਸ਼ਾਪ ਹੈ ਜਿਹਦੇ ਵਿੱਚ ਇਹਦਾ ਪੇਂਟ ਜਿਹੜਾ ਹੈਗਾ ਮੈਰੂਨ ਤੋਂ ਵਾਈਟ ਕੀਤਾ ਗਿਆ, ਕਾਰ ਦਾ, ਮਰੂਤੀ ਕਾਰ ਦਾ, ਹਾਂ, ਉਹ ਬੰਦੇ ਜਿਨ੍ਹਾਂ ਨੇ ਉੱਥੇ ਵਰਕਰਾਂ ਨੇ ਪੇਂਟ ਚੇਂਜ ਕੀਤਾ, ਉਹਨਾਂ ਦੇ 4 ਜਣਿਆਂ ਦੇ ਸਿੱਟ ਨੇ ਬਿਆਨ ਵੀ ਕਰਾਏ ਨੇ। ਉਹਨਾਂ ਨੇ ਮੌਕੇ ਤੇ ਜਾ ਕੇ ਉਹ ਗੱਡੀ ਨੂੰ ਖੁਰਚ ਕੇ ਤਫਤੀਸ਼ੀਆਂ ਨੂੰ ਦਿਖਾਇਆ ਵੀ ਆਹ ਦੇਖੋ, ਇਹ ਰੰਗ ਪਹਿਲਾਂ ਮੈਰੂਨ ਸੀ, ਇਹ ਉਹੀ ਗੱਡੀ ਹੈ ਜਿਹੜੀ ਅਸੀਂ ਨੇ ਪੇਂਟ ਕੀਤੀ ਸੀ। ਤੇ ਇਹਦੇ ਵਿੱਚ ਸਾਨੂੰ ਅਮਰੀਕ ਸਿੰਘ ਹੈ ਜਿਹੜਾ ਬਾਬੇ ਦੀ ਸਿਕਿਉਰਿਟੀ ਦਾ ਇੰਚਾਰਜ ਰਾਮ ਰਹੀਮ ਦੀ, ਤੇ ਗੁਰਤੇਜ ਕਾਲਾ ਜਿਹੜਾ ਉਹ ਵਰਕਸ਼ਾਪ ਦਾ ਇੰਚਾਰਜ ਸੀਗਾ, ਤੇ ਅਵਤਾਰ ਸਿੰਘ ਉੱਥੇ ਇੱਕ ਇਲੈਕਟ੍ਰੀਸ਼ੀਅਨ ਸੀ। ਇਹ 3 ਬੰਦੇ ਬਤੌਰ ਅਕਿਊਜ਼ਡ ਨੋਮੀਨੇਟ ਕੀਤੇ ਨੇ ਤੇ ਹੁਣ ਪੀਓ ਡਿਕਲੇਅਰ ਕੀਤੇ ਹੋਏ ਨੇ। ਪਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨ ਦੀ ਕੋਈ ਸੀਰੀਅਸ ਕੋਸ਼ਿਸ਼ ਨਹੀਂ ਹੋਈ ਅੱਜ ਤੱਕ। ਤੁਸੀਂ ਦੇਖੋ, ਕਦੇ ਮੀਡੀਆ 'ਚ ਫੱਟ ਆ ਜਾਂਦਾ ਜੇ ਇੱਦਾਂ ਦੀ ਕੋਸ਼ਿਸ਼ ਹੁੰਦੀ। ਡੇਰਾ 700 ਏਕੜ 'ਚ ਫੈਲਿਆ ਹੈ, ਬਹੁਤ ਸਾਰੀਆਂ ਬਿਲਡਿੰਗਾਂ ਉਹਦੇ ਵਿੱਚ ਨੇ, ਬਹੁਤ ਸਾਰੇ ਐਸੀ ਜਗ੍ਹਾ ਨੇ ਜਿੱਥੇ ਦੋਸ਼ੀ ਲੁਕੇ ਹੋ ਸਕਦੇ ਨੇ। ਕਦੇ ਅੱਜ ਤੱਕ ਕਿਸੇ ਨੇ ਵੀ ਡੇਰੇ ਨੂੰ ਪੂਰੀ ਤਰ੍ਹਾਂ ਘੇਰ ਕੇ ਉਹਨੂੰ ਹੌਲੇ-ਹੌਲੇ ਲਿਆ ਕੇ ਜਾ ਕੇ ਉਹਦੀ ਸਰਚ ਕੀਤੀ ਹੋਵੇ, ਐਦਾਂ ਕੀਤਾ ਹੀ ਨਹੀਂ ਗਿਆ। ਤੇ ਫਿਰ ਡੇਰਿਆਂ ਦੀਆਂ ਬ੍ਰਾਂਚਾਂ ਨੇ, ਕੋਈ ਜਿਵੇਂ ਚੇਚੀਆ ਨਗਰੀ ਮਹਿੰਦਰਪਾਲ ਬਿੱਟੂ ਜਿਵੇਂ ਬੇਅਦਬੀ ਕਾਂਡ ਦੇ ਵਿੱਚ ਉਹ ਪਾਲਮਪੁਰ ਕੋਲੋਂ ਜਿਹੜਾ ਡੇਰਾ ਚੇਚੀਆ ਨਗਰੀ ਉੱਥੋਂ ਕਿਤੇ ਉਹਨੂੰ ਫੜਿਆ ਗਿਆ ਸੀਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਬ੍ਰਾਂਚਾਂ ਨੇ ਨੇੜੇ ਘੁੱਕਿਆਂ ਵਾਲੀ, ਗੰਗਵਾ, ਹੋਰ ਬਹੁਤ ਸਾਰੀਆਂ ਨੇ। ਜਾਣੀ ਕੋਈ ਸੀਰੀਅਸ ਐਫਰਟਸ ਹੋਈ ਨਹੀਂ, ਕੋਈ ਤਫਤੀਸ਼ੀ। ਅਸਲ 'ਚ ਜਿਹੜੀ ਸਿੱਟ ਹੈ ਉਹ ਬਾਰ-ਬਾਰ ਆਪਣੀਆਂ ਜਿਹੜੇ ਹੈਗੀਆਂ ਰੇਡ ਕਰ ਰਹੀ ਹੈ। ਉਹਨਾਂ ਦੇ ਜੱਦੀ ਪਿੰਡੋਂ ਛੱਡ ਕੇ ਡੇਰੇ ਸਾਧੂ ਬਣ ਕੇ ਡੇਰੇ 'ਚ ਹੀ ਰਹਿੰਦੇ ਸੀਗੇ। ਐਵੇਂ ਜ਼ਿਕਰੀ ਜਿਹੜੇ ਬੇਅਦਬੀ ਦੇ 3 ਉਹ ਨੈਸ਼ਨਲ ਕਮੇਟੀ ਦੇ ਬੰਦੇ ਨੇ, ਉਹਨਾਂ ਨੂੰ ਵੀ ਉਹ ਸਾਰੇ ਦੱਸਦੇ ਆ ਤੁਹਾਡੇ ਸਾਹਮਣੇ। ਇੱਕ ਡੇਰੇ ਦੀ ਬੰਦੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਫੋਟੋਆਂ ਵੀ ਦਿਖਾਈਆਂ ਵੀ ਉਹ ਡੇਰੇ 'ਚ ਅਵੇਲੇਬਲ ਨੇ। ਪਰ ਕੋਈ ਸੀਰੀਅਸ ਕਾਰਨ ਉਹੀ ਆ ਜਾਂਦਾ ਵੀ ਡੇਰੇ ਦਾ ਵੋਟ ਬੈਂਕ ਹੈ। ਡੇਰੇ ਦੇ ਵੋਟ ਬੈਂਕ ਕਰਕੇ ਜਿਹੜਾ ਹੈਗਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਰੁਕ ਜਾਂਦਾ ਹੈ। ਪੋਲੀਟੀਕਲ ਲੋਕਾਂ ਦੀ ਇਹ ਕਮਜ਼ੋਰੀ ਹੈ। ਡੇਰੇ ਦੇ ਵੋਟ ਬੈਂਕ ਦੀ ਤੁਸੀਂ ਗੱਲ ਕੀਤੀ ਹੈ, ਕੀ ਲੱਗਦਾ ਹੈ ਕਿ ਡੇਰੇ ਦਾ ਵੋਟ ਬੈਂਕ ਹੀ ਸੀ ਕਿ ਜਿਹਦੇ ਕਾਰਨ ਜਿਹੜੀ ਹੈਗੀ ਆ ਸਿੱਟ ਨੇ ਸਾਰਾ ਕੁਝ, ਕਾਰ ਫੜ ਲਈ, ਕਾਰ ਪੇਂਟ ਕਰਨ ਵਾਲੇ ਫੜ ਲਏ, ਬੈਟਰੀ ਵੇਚਣ ਵਾਲਾ ਜਿਹੜਾ ਬੰਦਾ ਉਸ ਤੋਂ ਪਤਾ ਕਰ ਲਿਆ ਤੇ ਤੋਂ ਕੌਣ ਲੈ ਕੇ ਗਿਆ ਸੀ। ਜਦੋਂ ਸਾਰਾ ਕੁਝ ਪਤਾ ਲੱਗ ਗਿਆ ਪਰ ਬੰਦੇ ਫੜੇ ਨਹੀਂ ਗਏ, ਕੀ ਲੱਗਦਾ ਹੈ ਕਿ ਵੋਟ ਬੈਂਕ ਦੇ ਕਰਕੇ, ਕਿਉਂਕਿ 2 ਸਾਲ ਬਾਅਦ ਹੀ ਵਿਧਾਨ ਸਭਾ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਸੀ। ਦੇਖੋ, ਗੱਲ ਇਹ ਹੈ ਬਈ ਬੇਅਦਬੀ ਦੇ ਮਾਮਲੇ ਨੂੰ 6 ਸਾਲ ਹੋ ਗਏ, ਉਹ ਅਜੇ ਤੱਕ ਕਨਕਲੂਡ ਤਾਂ ਹੀ ਨਹੀਂ ਕੀਤਾ ਵੋਟ ਬੈਂਕ ਕਰਕੇ। ਇਲੈਕਸ਼ਨਾਂ ਆ ਗਈਆਂ, ਸਿੱਟ ਨੂੰ ਸਲੋ ਕਰ ਦਿੱਤਾ ਗਿਆ, ਜਿਹਦੇ ਕਰਕੇ ਤੁਹਾਨੂੰ ਦੱਸਿਆ ਸੀ ਅਸੀਂ ਬੇਅਦਬੀ ਮਾਮਲੇ 'ਚ ਵੀ ਇੱਕ ਰਿਟ ਪਾਈ ਹੈ ਦਿਸ਼ਾ ਨਿਰਦੇਸ਼ ਲੈਣ ਲਈ ਹਾਈ ਕੋਰਟ ਵੱਲੋਂ ਕਿ ਵੀ ਸਿੱਟ ਨੂੰ ਜਿਹੜਾ ਹੈਗਾ ਕਨਕਲੂਡ ਕਰਨ ਲਈ ਟਾਈਮ ਫਰੇਮ ਦੇ ਅੰਦਰ ਕਿਹਾ ਜਾਵੇ। ਉਸੇ ਪ੍ਰੈਸ਼ਰ ਦੇ ਥੱਲੇ ਆ ਕੇ ਸਿੱਟ ਨੇ ਹੁਣ 63 ਨੰਬਰ FIR 'ਚ ਜਿਹੜਾ ਹੈਗਾ ਚਲਾਨ ਪੇਸ਼ ਕਰਤਾ ਡੇਰਾ ਹੈੱਡ ਦੇ ਖਿਲਾਫ ਤੇ ਉਹ 3 ਨੈਸ਼ਨਲ ਕਮੇਟੀ ਦੇ ਖਿਲਾਫ। ਪਰ ਜਿਹੜੀਆਂ 117 ਤੇ 128 FIR ਹੈ ਪੋਸਟਰਾਂ ਵਾਲੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨ ਵਾਲੀ, ਉਹਦੇ ਵਿੱਚ ਅਜੇ ਵੀ ਜਿਹੜਾ ਹੈਗਾ ਕੁਝ ਨਹੀਂ ਕੀਤਾ ਗਿਆ। ਉਹਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਇੱਕ ਡੇਰੇ ਦਾ ਜਿਹੜਾ ਬਾਬੇ ਦਾ PA ਹੈ
ਉਹ ਕੜੀ ਹੈ ਇੱਕ ਬਾਬੇ ਦੇ ਤੇ ਬੇਅਦਬੀ ਕਰਨ ਵਾਲਿਆਂ ਦੇ ਵਿੱਚ ਇੱਕ ਕੜੀ ਹੈ ਪੀਏ, ਪਰ ਉਹਨੂੰ ਵੀ ਛੱਡ ਕੇ ਪਤਾ ਨਹੀਂ ਕਿਹੜੇ ਪ੍ਰਭਾਵ ਥੱਲੇ ਆ ਕੇ ਉਹਨੂੰ ਉਹਨਾਂ ਨੇ ਵਿੱਚੋਂ ਕਿਤੇ ਪੁੱਛ-ਗਿੱਛ ਨਹੀਂ ਕੀਤੀ, ਕੋਈ ਗੱਲ ਨਹੀਂ ਕੀਤੀ। ਹਾਂ, ਆਪਾਂ ਮੌੜ ਬਲਾਸਟ ਦੀ ਗੱਲ ਕਰਦੇ ਹਾਂ। ਜਦੋਂ ਮੌੜ ਬਲਾਸਟ ਦੇ ਹੋਣ ਤੋਂ ਬਾਅਦ ਉੱਥੇ ਜਦੋਂ 5 ਬੱਚੇ ਮਰ ਗਏ, ਜਿਹੜੇ ਬੰਦੇ ਦੀ ਜ਼ਿੰਮੇਵਾਰੀ ਸਭ ਤੋਂ ਬਣਦੀ ਸੀ ਉਹ ਹਰਮਿੰਦਰ ਜੱਸੀ ਸੀ। ਉਹਨੇ ਉਹ ਪੇਸ਼ੈਂਟਾਂ ਨੂੰ ਜਿਹੜੇ ਬਚ ਗਏ, ਇੰਜਰਡ ਹੋਏ ਜਾਂ ਜਿਨ੍ਹਾਂ ਦੇ ਮਰ ਗਏ, ਉਹਨਾਂ ਦਾ ਜਿਹੜਾ ਹੈਗਾ ਕੋਈ ਸਾਥ ਨਹੀਂ ਦਿੱਤਾ, ਕੋਈ ਉਹਨਾਂ ਦੀ ਮਦਦ ਨਹੀਂ ਕੀਤੀ, ਕੋਈ ਉਹਨਾਂ ਦੀ ਮੁੜ ਕੇ ਸਾਰ ਨਹੀਂ ਲਈ। ਉਹ ਸਾਨੂੰ ਤਾਂ ਪਤਾ ਲੱਗਿਆ, ਹੁਣੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਜੱਸੀ ਨੂੰ ਜਦੋਂ ਕਾਂਗਰਸ ਵੱਲੋਂ ਟਿਕਟ ਦੇਣ ਤੋਂ ਮਨਾ ਕਰਤਾ ਤਾਂ ਉਹਨੇ ਇੱਕ ਡੇਰਾ ਪ੍ਰੇਮੀਆਂ ਦੀ ਮੀਟਿੰਗ ਹੋਲਡ ਕਰੀ, ਜਿਹਦੇ ਵਿੱਚ ਉਹਨੇ ਕਿਸੇ ਜਿਹੜਾ ਹੈਗਾ ਮੂਹਰਲੇ ਜ਼ਿੰਮੇਵਾਰ ਬੰਦੇ ਤੋਂ ਇਹ ਕਹਾਇਆ ਵੀ ਇਹ ਗੁਰੂ ਦੀ ਭਗਤੀ ਹੈ, ਇਹ ਸੇਵਾ, ਜੱਸੀ ਦੀ ਮਦਦ ਕਰਨੀ ਹੈ। ਤਾਂ ਉਹਦੇ ਵਿੱਚ ਖੜਾ ਹੋ ਕੇ ਇੱਕ ਹੇਮਰਾਜ ਜਿਹਦਾ ਪੋਤਾ ਇਸ ਇੰਸੀਡੈਂਟ 'ਚ ਮਾਰਿਆ ਗਿਆ, ਉਹਨੇ ਖੜੇ ਹੋ ਕੇ ਬੜਾ ਆਪਦਾ ਦੁੱਖ ਰੋਇਆ ਵੀ ਜੱਸੀ ਨੂੰ ਅਸੀਂ ਵੋਟ ਨਹੀਂ ਪਾਉਂਦੇ ਕਿਉਂਕਿ ਇਹਨੇ ਸਾਡੇ ਕਦੇ ਸਾਰ ਨਹੀਂ ਲਈ, ਸਾਡੇ ਹੋਰ ਜਿਹੜੇ ਇਸ ਇੰਸੀਡੈਂਟ ਦੇ ਵਿਕਟਮ ਸੀਗੇ ਉਹਨਾਂ ਦੀ ਕਦੇ ਸਾਰ ਨਹੀਂ ਲਈ। ਉਹ ਵਾਇਰਲ ਹੋ ਰਹੀ ਹੈ ਜਿਹੜੀ ਰਿਕਾਰਡਿੰਗ ਹੈ। ਇਸ ਤਰ੍ਹਾਂ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਬਣੀ, ਕਾਂਗਰਸ ਦੇ ਕੈਂਡੀਡੇਟ ਦੇ ਵਿੱਚ ਦੀ ਰੈਲੀ ਦੇ ਵਿੱਚ ਇਹ ਹੁੰਦਾ ਹੈ। ਤੇ ਚਲੋ ਕੈਪਟਨ ਅਮਰਿੰਦਰ ਸਿੰਘ ਨੇ ਦੱਬੀ ਰੱਖੀ ਜਾਂ ਜਿਵੇਂ ਗੱਲ ਆ ਰਹੀ ਹੈ, ਪਰ ਉਦੋਂ ਬਾਅਦ ਸਿਸਟਮ ਬਦਲਣ ਤੋਂ ਬਾਅਦ ਵੀ ਕੁਝ ਨਹੀਂ ਹੋਇਆ। ਇਸ ਕਰਕੇ ਜਿਹੜਾ ਪੋਲੀਟੀਕਲ ਲੋਕਾਂ ਨੂੰ ਤਾਂ ਆਪਦੀ ਵੋਟ ਨਾਲ ਮਤਲਬ ਹੈ, ਲੋਕਾਂ ਨੂੰ ਇਨਸਾਫ ਦੇਣ ਦਾ ਬਹੁਤਾ ਲੱਗਦਾ ਨਹੀਂ ਹੈਗਾ ਇੰਟਰਸਟ। ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਸਾਰਾ ਕੁਝ ਜਿਹੜਾ ਵੋਟਾਂ ਖਾਤਰ ਹੋਇਆ, ਡੇਰੇ ਦੇ ਵੋਟ ਬੈਂਕ ਖਾਤਰ ਹੋਇਆ, ਹਰਮਿੰਦਰ ਸਿੰਘ ਜੱਸੀ ਕਿਉਂਕਿ ਗੁਰਮੀਤ ਰਾਮ ਰਹੀਮ ਦਾ ਕੁੜਮ ਹੈ, ਕਰੀਬੀ ਰਿਸ਼ਤੇਦਾਰ ਹੈ, ਉੱਥੇ ਖੜਾ ਸੀ, ਉਹ ਇਲੈਕਸ਼ਨ ਲੜ ਰਿਹਾ ਸੀ ਤੇ ਉਸ ਦੇ ਚੋਣ ਜਲਸੇ ਦੇ ਨੇੜੇ ਇਹ ਬੰਬ ਧਮਾਕਾ ਹੋਇਆ ਹੈ। ਇਸ ਵਾਰ ਵੀ ਮਾਲਵੇ ਦੇ ਵਿੱਚ ਡੇਰੇ ਦਾ ਵੋਟ ਬੈਂਕ ਹੈ, ਬਸ ਫਰਕ ਸਿਰਫ ਇੰਨਾ ਹੈ 2017 ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪੂਰੀ ਤਾਕਤਵਰ ਹਸਤੀ ਦੇ ਤੌਰ ਦੇ ਉੱਤੇ ਆਜ਼ਾਦ ਤੌਰ ਤੇ ਮੌਜੂਦ ਸੀ, ਡੇਰੇ ਨੂੰ ਰੈਗੂਲੇਟ ਕਰ ਰਿਹਾ ਸੀ ਤੇ ਸਾਰੇ ਪਾਸੇ ਉਹਦੇ ਜਿਹੜੇ ਫਾਲੋਅਰ ਨੇ ਉਸ ਨੂੰ ਜਿਹੜਾ ਫੋਲੋ ਕਰ ਰਹੇ ਸੀ। ਅੱਜ ਜਿਹੜਾ ਉਸ ਤੋਂ ਅਗਲੇ ਸਾਲ ਹੀ ਰਾਮ ਰਹੀਮ ਨੂੰ ਜਿਹੜੀ ਸਜ਼ਾ ਹੋ ਜਾਂਦੀ ਹੈ, ਹੁਣ ਉਹ ਜੇਲ੍ਹ ਦੇ ਅੰਦਰ ਹੈ। ਕੀ ਲੱਗਦਾ ਡੇਰੇ ਦਾ ਵੋਟ ਬੈਂਕ ਇਸ ਵਾਰ ਵੀ ਉਸ ਤਰ੍ਹਾਂ ਹੀ ਕੰਸੋਲੀਡੇਟਡ ਹੈ, ਉਸ ਤਰ੍ਹਾਂ ਹੀ ਪਾਵਰਫੁਲ ਹੈ ਮਾਲਵਾ ਖੇਤੇ ਦੇ ਵਿੱਚ? ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਵੀ ਡੇਰੇ ਦਾ ਵੋਟ ਬੈਂਕ ਹੈ ਜਿਹੜਾ ਉਹ ਕੰਸੋਲੀਡੇਟਡ ਹੈ। ਹਾਂ, ਜਿਹੜੇ ਸਿਆਸੀ ਵਿੰਗ ਜਾਂ ਮੂਹਰਲੇ ਜ਼ਿੰਮੇਦਾਰ ਬੰਦੇ ਨੇ ਉਹ ਕਈ ਵਾਰੀ ਰਾਜਸਥਾਨ 'ਚੋਂ, ਯੂਪੀ 'ਚੋਂ, ਹਰਿਆਣੇ 'ਚੋਂ ਬੁਲਾ ਕੇ ਇਕੱਠ ਦਿਖਾ ਕੇ ਇੱਕ ਤਰ੍ਹਾਂ ਦਾ ਪੋਲੀਟੀਕਲ ਲੋਕਾਂ ਨੂੰ ਡਰਾ ਤਾਂ ਜ਼ਰੂਰ ਲੈਂਦੇ ਨੇ, ਜਾਂ ਉਹ ਆਪਦੀ ਡੀਲ ਕਰਦੇ ਨੇ ਜੋ ਉਹਦੇ ਵਿੱਚ ਕੋਈ ਵਾਧਾ ਘਾਟਾ ਕਰ ਲੈਂਦੇ ਹੋਣਗੇ। ਪਰ ਇਹਦੇ ਵਿੱਚ ਤੁਸੀਂ ਦੇਖੋ ਵੀ ਜੇ ਏਕਤਾ ਹੁੰਦੀ ਤਾਂ ਫਿਰ ਜਿਹਨੂੰ ਵੀ ਡੇਰਾ ਹਮਾਇਤ ਦਿੰਦਾ ਉਹ ਪਾਰਟੀ ਹਾਰ ਕਿਉਂ ਜਾਂਦੀ ਹੈ? ਉਹ ਜਿਹਨੂੰ ਵੀ ਹਮਾਇਤ ਦਿੰਦੇ ਨੇ ਉਹ ਪਾਰਟੀ ਹਾਰ ਜਾਂਦੀ ਹੈ। ਉਹਦਾ ਕਾਰਨ ਇਹੀ ਹੈ ਬਈ ਜਿਹੜਾ ਡੇਰੇ ਦਾ ਸਿਆਸੀ ਵਿੰਗ ਹੈ ਇਹਨਾਂ ਦਾ ਬਹੁਤ ਜ਼ਿਆਦਾ ਕਈ ਵਾਰੀ ਚਰਚਾ ਹੈ ਪ੍ਰੇਮੀਆਂ ਦੇ ਵਿੱਚ ਵੀ ਇਹ ਨਿੱਜੀ ਮੁਫਾਦ ਉਠਾਉਂਦੇ ਨੇ ਤੇ ਸੰਗਤ ਦਾ ਕੋਈ ਕਦੇ ਕੰਮ ਹੋਇਆ ਨਹੀਂ। ਡੇਰੇ ਨੂੰ ਜਿਹੜਾ ਹੈਗਾ ਸਿਆਸੀ ਵਿਚਾਰਧਾਰਾ ਬਣਾਉਣ ਤੋਂ ਬਾਅਦ ਜਾਂ ਸਿਆਸੀ ਹਲਚਲਾਂ 'ਚ ਦਖਲਅੰਦਾਜ਼ੀ ਕਰਨ ਤੋਂ ਬਾਅਦ ਸਮੱਸਿਆਵਾਂ ਜ਼ਿਆਦਾ ਪੈਦਾ ਹੋਈਆਂ ਨੇ, ਫਾਇਦਾ ਕੋਈ ਹੋਇਆ ਨਹੀਂ। ਸੰਗਤ ਦਾ ਕੰਮ ਲੀਡਰ ਇਸ ਕਰਕੇ ਨਹੀਂ ਕਰਦੇ ਵੀ ਉਹ ਪੋਲੀਟੀਕਲ ਜਿਹੜੇ ਮੇਨ ਬੰਦੇ ਨੇ ਉਹ ਕੋਈ ਡੀਲਿੰਗ ਐਸੀ ਕਰ ਜਾਂਦੇ ਨੇ ਤੇ ਸੰਗਤ ਦਾ ਕੰਮ ਜਿਹੜੇ ਹੈਗਾ ਲੀਡਰ ਨਹੀਂ ਕਰਦੇ। ਉਹ ਸੋਚਦੇ ਨੇ ਵੀ ਅਸੀਂ ਤਾਂ ਵੀ ਉਹਨਾਂ ਨਾਲ ਵਾਅਦਾ ਪੂਰਾ ਕਰਤਾ ਤੇ ਅਸੀਂ ਤੁਹਾਡਾ ਕੰਮ ਕਿਉਂ ਕਰੀਏ। ਇਹ ਅਸੀਂ ਘਟਨਾ ਬਹੁਤ ਸਾਰੇ ਪ੍ਰੇਮੀਆਂ ਨੇ ਸਾਨੂੰ ਵੀ ਦੱਸੀ ਹੈ ਬਈ ਉਹ ਕਿਸੇ ਲੀਡਰ ਦੇ ਪਾਸ ਗਏ ਤੇ ਉਹਨੇ ਮੂੰਹ ਤੇ ਕਹਿਤਾ, ਉੱਥੇ ਕੁਝ ਸਿਆਸੀ ਵਿੰਗ ਦੇ ਬੰਦੇ ਬੈਠੇ ਸੀਗੇ ਬਈ ਅਸੀਂ ਤੁਹਾਡਾ ਕੰਮ ਕਿਉਂ ਕਰੀਏ। ਤੇ ਜਦੋਂ ਫਿਰ ਉਹ ਆਪਸ 'ਚ ਚਰਚਾ ਹੁੰਦੀ ਹੈ ਤਾਂ ਫਿਰ ਵੰਡ ਵੰਡਾਈ ਦੀ ਗੱਲ ਵੀ ਉਹਦੇ ਵਿੱਚ ਆਉਂਦੀ ਹੈ। ਇੱਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਹੈਗੇ ਨੇ ਉਹਦੇ ਕਰਕੇ ਵੀ ਇਸ ਡੇਰੇ ਦੀ ਜਿਹੜੀ ਸੰਗਤ ਦੇ ਕੰਮ ਹੁੰਦੇ ਨਹੀਂ। ਸੰਗਤ ਜਦੋਂ ਦੇਖੋ 2007 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਡਰੈਸ ਪਈ ਤੇ ਹੁਕਮਨਾਮਾ ਆਇਆ ਅਕਾਲ ਤਖਤ ਸਾਹਿਬ ਵੱਲੋਂ ਤੇ ਫਿਰ ਡੇਰਾ ਤੇ ਸਿੱਖ ਪ੍ਰੇਮੀਆਂ ਦੇ ਵਿੱਚ ਝਗੜਾ ਪੈਦਾ ਹੋਇਆ, ਉਦੋਂ ਮਾਮਲਾ ਸਾਡੇ ਕੋਲੇ ਹਾਈ ਕੋਰਟ 'ਚ ਆਇਆ ਸੀਗਾ। ਅਸੀਂ ਨੇ ਇੱਕ ਅਕਾਲ ਤਖਤ ਤਲਵੰਡੀ ਸਾਬੋ ਵਾਲਿਆਂ ਨੇ ਜਿਹੜੇ ਇੱਕ ਏਕ ਨੂਰ ਖਾਲਸਾ ਫੌਜ ਬਣਾਈ ਸੀਗੀ, ਉਹਨਾਂ ਤੇ ਡੇਰਾ ਪ੍ਰੇਮੀਆਂ ਨੇ ਬਹੁਤ ਪਰਚੇ ਕਰਾਤੇ ਸੀਗੇ ਤੇ ਉਹਨਾਂ ਵੱਲੋਂ ਡੇਰਾ ਪ੍ਰੇਮੀਆਂ ਤੇ ਬਹੁਤ ਪਰਚੇ ਸੀ। ਉਸ ਸਮੇਂ ਅਸੀਂ ਇਹਨਾਂ ਦੋਨਾਂ ਧਿਰਾਂ ਨੂੰ ਸਮਝਾ ਕੇ ਕੰਪਰੋਮਾਈਜ਼ ਕਰਾਇਆ ਤੇ ਹਾਈ ਕੋਰਟ ਵੱਲੋਂ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਉਦੋਂ ਨਾਮ ਚਰਚਾ ਲਈ ਵੀ ਸਿਕਿਉਰਿਟੀ ਦੇਊਗੀ ਪ੍ਰਸ਼ਾਸਨ, ਧਿਆਨ ਰੱਖੋ ਨਾਮ ਚਰਚਾ ਦੇ, ਉਦੋਂ ਅਲਾਓ ਕਰਵਾਈ ਇਹਨਾਂ ਨੂੰ ਨਾਮ ਚਰਚਾ ਵੀ ਜਦੋਂ ਕਰਨਗੇ ਤਾਂ ਸਿਕਿਉਰਿਟੀ ਦਾ ਬੰਦੋਬਸਤ ਹੋਊਗਾ, ਇੱਦਾਂ ਦੇ ਆਰਡਰ ਕਰਾ ਕੇ ਦਿੱਤੇ। ਅਸੀਂ
ਡੇਰੇ ਦੇ ਸੰਗਤ ਦੇ ਕੰਮ ਬਹੁਤ ਕਰਦੇ ਰਹਿੰਦੇ ਹਾਂ। ਤੇ ਪਰ ਗੱਲ ਇਹ ਆ ਵੀ ਸਿਆਸੀ ਵਿੰਗ ਨੇ ਕਦੇ ਕਿਸੇ ਦੀ ਬਦਲੀ ਨਹੀਂ ਕਰਾਈ, ਕਦੇ ਕਿਸੇ ਦਾ ਬੱਚਾ ਨਹੀਂ ਲਵਾਇਆ, ਕਦੇ ਕੋਈ ਕਿਸੇ ਪੋਲੀਟੀਕਲ ਲੀਡਰ ਤੋਂ ਕੋਈ ਸੰਗਤ ਦੇ ਕੰਮ ਨਹੀਂ ਕਰਾਏ, ਨਾ ਹੀ ਡੇਰੇ ਦੀਆਂ ਸਮੱਸਿਆਵਾਂ ਦੇ ਵਿੱਚ ਕੋਈ ਜਿਹੜਾ ਹੈਗਾ ਕਮੀ ਆਈ ਹੈ, ਸਗੋਂ ਉਲਟਾ ਵੱਧਦਾ ਗਿਆ। ਹੁਣ ਤੁਹਾਨੂੰ ਮੈਂ ਹੋਰ ਵੀ ਦੱਸਦਾ, ਜਿਹੜਾ ਇਲੈਕਸ਼ਨ ਦੇ ਕੋਲੇ ਆ ਕੇ ਸਿਆਸੀ ਵਿੰਗ ਸਰਗਰਮ ਹੋ ਜਾਂਦਾ ਤੇ ਇਕੱਠ, ਜਿਵੇਂ ਸਲਾਬਤਪੁਰੇ ਇਕੱਠ ਕੀਤਾ, ਫਿਰ ਉਸ ਤੋਂ ਬਾਅਦ ਕਈ ਸਾਲ ਤੋਂ ਬਾਅਦ ਇਹਨਾਂ ਨੇ ਇਕੱਠ ਦਿਖਾਤਾ ਆਪਣਾ ਸਰਸੇ ਡੇਰੇ, ਉਹਦੇ ਨਾਲ ਡੇਰਾ ਹੈੱਡ ਗੁਰਮੀਤ ਰਾਮ ਨੇ ਨੂੰ ਵੀ ਨੁਕਸਾਨ ਪਹੁੰਚਦਾ, ਕਿਉਂਕਿ ਪ੍ਰਸ਼ਾਸਨ ਨੂੰ ਜਦੋਂ ਐਂ ਲੱਗੇ ਬਈ ਹੁਣ ਸੰਗਤ ਜਿਹੜੀ ਆ ਟਿਕ ਗਈ ਜਾਂ ਵੰਡ ਗਈ ਜਾਂ ਇੱਧਰ ਉੱਧਰ ਚਲੇ ਗਏ, ਫਿਰ ਹੀ ਉਹ ਉਹਨੂੰ ਪੈਰੋਲ ਦੇਣ ਬਾਰੇ ਸੋਚ ਸਕਦਾ। ਜਦੋਂ ਇਹ ਇਕੱਠ ਦਿਖਾ ਦਿੰਦੇ ਨੇ, ਇਹ ਸਿੱਧਾ ਰਾਮ ਰਹੀਮ ਨੂੰ ਨੁਕਸਾਨ ਪਹੁੰਚਦਾ ਜਦੋਂ ਤਾਕਤ ਦਿਖਾ ਦਿੰਦੇ ਨੇ, ਤੇ ਉਹ ਪੈਰੋਲ ਨਹੀਂ ਮਿਲ ਸਕਦੀ ਉਹਨੂੰ, ਕਿਉਂਕਿ ਵੀ ਇਹ ਫਿਰ ਇੰਨੇ ਇਕੱਠੇ ਹੋ ਜਾਣਗੇ ਤੇ ਬਾਬੇ ਨੇ ਮੁੜ ਕੇ ਜਾਣਾ ਨਹੀਂ, ਤੇ ਬੰਦੇ ਪਹਿਲਾਂ 40 ਦਾ ਨੁਕਸਾਨ ਹੋ ਗਿਆ। ਜਦੋਂ 2017 ਚ ਰੇਪ ਕੇਸ 'ਚ ਸਜ਼ਾ ਹੋਈ ਹੈ, 36 ਬੰਦੇ ਇੱਥੇ ਮਾਰੇ ਗਏ, 6 ਦੇ ਕਰੀਬ ਸਰਸੇ ਮਾਰੇ ਗਏ ਸੀਗੇ ਡੇਰਾ ਪ੍ਰੇਮੀ। ਪਰ ਸਿਆਸੀ ਵਿੰਗ ਨੇ ਉਦੋਂ ਵੀ ਕਿਸੇ ਪਰਿਵਾਰ ਦੀ ਬਾਂਹ ਨਹੀਂ ਫੜੀ, ਕਿਸੇ ਨੂੰ ਮੁਆਵਜ਼ਾ ਨਹੀਂ ਦਿਵਾਇਆ, ਕਿਸੇ ਨੂੰ ਢਾਰਸ ਨਹੀਂ ਬੰਦਾਈ, ਤੇ ਜਾਣੀ ਇਹਨਾਂ ਗੱਲਾਂ ਕਰਕੇ ਜਿਹੜੀ ਸੰਗਤ ਹੈ ਉਹ ਸਿਆਸੀ ਵਿੰਗ ਦੇ ਕਹਿਣੇ ਤੋਂ ਬਾਹਰ ਹੋਈ ਪਈ ਹੈ। ਦੂਜਾ ਡੇਰਾ ਹੈੱਡ ਹੈ ਜਿਹੜਾ ਜੇਲ੍ਹ 'ਚ, ਉਹ ਵੀ ਇਹ ਮਹਿਸੂਸ ਕਰੀ ਬੈਠਾ ਹੈ, ਉਹ ਕੋਈ ਦਿਸ਼ਾ ਨਿਰਦੇਸ਼ ਨਹੀਂ ਭੇਜਦਾ। ਹੁਣ ਡੇਰਾ ਮੈਨੇਜਮੈਂਟ ਜਾਂ ਸਿਆਸੀ ਵਿੰਗ ਆਪਣੇ ਆਪ ਘੜ ਕੇ ਜਿਹੜਾ ਹੈਗਾ ਉਹ ਦਿਸ਼ਾ ਨਿਰਦੇਸ਼ ਬਣਾਉਣ ਦਾ ਵੀ ਆ ਗਿਆ ਜੇ ਆ ਗਿਆ, ਤੇ ਉਹ ਵਿਚਾਰੇ ਪ੍ਰੇਮੀ ਭੋਲੇ ਨੇ, ਉਹ ਸਮਝਦੇ ਹੈ ਨਹੀਂ। ਸੋ ਇਸ ਕਰਕੇ ਮੇਰੀ ਤਾਂ ਪ੍ਰੇਮੀਆਂ ਨੂੰ ਇਹੀ ਅਪੀਲ ਹੈ ਵੀ ਉਹ ਅੱਛੇ ਕੈਂਡੀਡੇਟਾਂ ਨੂੰ ਆਪਦੇ ਲੈਵਲ ਤੇ ਆਪ ਵੋਟ ਪਾਉਣ ਤੇ ਲੋਕਤੰਤਰ ਦੀ ਰਾਖੀ ਕਰਨ, ਤੇ ਕਿਸੇ ਧਿਰ ਦੇ ਐਸੇ ਧਰਮ ਭਾਵਨਾ ਦੇ ਵਿੱਚ ਆ ਕੇ ਇਦਾਂ ਦਾ ਕੰਮ ਨਾ ਕਰਨ। ਮੌੜ ਬਲਾਸਟ ਦੇ ਵਿੱਚ ਜਿਹੜਾ ਹੇਮਰਾਜ ਦਾ ਪੋਤਾ ਮਾਰਿਆ ਗਿਆ, ਉਹ ਮੇਰਾ ਮਿੱਤਰ ਹੈ, ਉਹ ਡੇਰੇ ਦੀ ਜਿਹੜੀ ਟ੍ਰੈਫਿਕ ਸਮਿਤੀ ਸੇਵਾ ਕਰਦਾ ਰਿਹਾ, ਮੈਂ ਚੰਗੀ ਤਰ੍ਹਾਂ ਉਹਨੂੰ ਜਾਣਦਾ, ਬੜਾ ਅੱਛਾ ਬੰਦਾ ਹੈ। ਹੁਣ ਤੁਸੀਂ ਦੇਖੋ ਇਹੋ ਜਿਹੇ ਬੰਦਿਆਂ ਨੂੰ ਦੁਖੀ ਦੇਖ ਕੇ ਸਿਆਸੀ ਵਿੰਗ ਨੇ ਕੀ ਰੋਲ ਕੀਤਾ ਵੀ ਚਾਹੇ ਉਹ ਡੇਰੇ ਦੀ ਇਨਵੋਲਵਮੈਂਟ ਹੈ, ਡੇਰੇ 'ਚ ਜੇ ਕੋਈ ਕ੍ਰਿਮੀਨਲ ਆ ਗਿਆ ਉਹਨੂੰ ਤੁਸੀਂ ਬਾਹਰ ਕੱਢੋ, ਡੇਰੇ ਦੀ ਮਰਿਆਦਾ ਨੂੰ ਰੂਹਾਨੀ ਕਾਇਮ ਕਰੋ, ਸਿਆਸੀ ਵਿੰਗ ਨੂੰ ਭੰਗ ਕਰੋ। ਸਿਆਸੀ ਇੱਕ ਰੂਹਾਨੀ ਡੇਰਾ ਧਾਰਮਿਕ, ਪਹਿਲਾਂ ਜਿਹੜੇ ਸੰਤ ਤੇ ਉਹ ਇਹ ਕਹਿੰਦੇ ਸੀਗੇ ਵੀ ਇਹ ਡੇਰਾ ਇੱਕ ਸੱਚਾ ਸੌਦਾ ਰੂਹਾਨੀ ਕਾਲਜ ਹੈ, ਇਹ ਰੂਹਾਨੀ ਕਾਲਜ ਨੂੰ ਤੁਸੀਂ ਪੋਲੀਟੀਕਲ ਅੱਡਾ ਬਣਾ ਕੇ ਰੱਖਤਾ, ਤਾਂ ਹੀ ਉਹਦਾ ਇਹ ਹਾਲ ਹੋ ਰਿਹਾ। ਇਸ ਕਰਕੇ ਜਿਹੜਾ ਹੈਗਾ ਸੰਗਤ ਨੂੰ ਸਿਆਸੀ ਵਿੰਗ ਨੂੰ ਤੁਰੰਤ ਭੰਗ ਕਰਨਾ ਚਾਹੀਦਾ, ਇਹ ਪ੍ਰਪੋਜ਼ਲ ਦੇਣੀ ਚਾਹੀਦੀ ਹੈ, ਤੇ ਸਿਆਸੀ ਵਿੰਗ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਾ ਮੰਨਦੇ ਹੋਏ ਆਪਣੇ ਆਪ ਜਿਹੜਾ ਅੱਛੇ ਕੈਂਡੀਡੇਟਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਅਗਲੀ ਸਰਕਾਰ ਕਿਉਂਕਿ ਆਉਣ ਵਾਲੀ ਹੈ, ਭਾਵੇਂ ਜਿਹੜੀ ਮਰਜ਼ੀ ਆਵੇ ਉਹ ਸਰਕਾਰ, ਕੀ ਲੱਗਦੇ ਉਮੀਦ ਕਰਦੇ ਹੋ ਕਿ ਅਗਲੀ ਸਰਕਾਰ ਇਸ ਕੇਸ ਨੂੰ ਪ੍ਰਾਇੋਰਟੀ ਤੇ ਹੱਲ ਕਰੇ? ਦੇਖੋ ਗੱਲ ਤਾਂ ਜੇ ਜਿਸ ਤਰ੍ਹਾਂ ਦੀ ਤੁਸੀਂ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਡੇਰੇ ਦਾ ਸਿਆਸੀ ਵਿੰਗ ਜਿਹੜਾ ਹੈ ਜਾਂ ਡੇਰੇ ਦਾ ਵੋਟ ਬੈਂਕ ਹੈ, ਉਹ ਹੁਣ ਉਸ ਤਰ੍ਹਾਂ ਦੀ ਭੂਮਿਕਾ ਨਹੀਂ ਨਿਭਾਉਂਦਾ ਕਿ ਉਹ ਸੱਚੀਓ ਕਿਸੇ ਨੂੰ ਫਾਇਦਾ ਪਹੁੰਚਾ ਦਿੰਦਾ ਹੋਵੇ। ਉਹ ਆਪਾਂ ਜਿੱਤਾਂ ਹਾਰਾਂ ਵੇਖੀਆਂ ਨੇ ਉਹਨਾਂ ਹਲਕਿਆਂ ਦੇ ਵਿੱਚ, ਜਿਨ੍ਹਾਂ ਹਲਕਿਆਂ ਦੇ ਵਿੱਚ ਡੇਰਾ ਵੋਟ ਭਾਰੀ ਹੈ, ਤਾਂ ਕੀ ਲੱਗਦਾ ਹੈ ਕਿ ਹੁਣ ਅਗਲੀ ਸਰਕਾਰ ਨੂੰ ਜ਼ਰੂਰ ਪ੍ਰਾਇੋਰਟੀ ਤੇ ਜਿਹੜਾ ਇਹ 7 ਬੰਦਿਆਂ ਦੀ ਮੌਤ ਦਾ ਇਨਸਾਫ ਦੇਣਾ ਚਾਹੀਦਾ ਹੈ? ਦੇਖੋ ਇਲੈਕਸ਼ਨ ਜਦੋਂ ਨੇੜੇ ਆਉਂਦਾ ਉਦੋਂ ਜ਼ਰੂਰ ਦਬਾਅ ਰਹਿੰਦਾ ਹੈ, ਪਰ ਨਾਲ ਕਿਉਂਕਿ ਸਮਾਂ ਬਹੁਤ ਲੰਘ ਗਿਆ ਮੌੜ ਬਲਾਸਟ ਦੇ ਵਿੱਚ ਤੇ ਬੇਅਦਬੀਆਂ ਵਾਲੇ ਮਾਮਲਿਆਂ 'ਚ, ਇਹ ਕੋਈ ਵੀ ਸਰਕਾਰ ਬਣੇ ਉਹਨਾਂ ਨੂੰ ਜਿਹੜਾ ਹੈਗਾ ਹਾਈ ਕੋਰਟ ਦਾ ਵੀ ਪ੍ਰੈਸ਼ਰ ਹੈ ਤੇ ਇਨਸਾਫ ਤਾਂ ਦੇਣਾ ਹੀ ਪਊਗਾ, ਚਾਹੇ ਵੋਟ ਬੈਂਕ ਦਾ ਨੁਕਸਾਨ ਹੁੰਦਾ ਫਾਇਦਾ ਹੁੰਦਾ। ਦੂਜਾ ਅਸੀਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੋਲੀਟੀਕਲ ਲੀਡਰਾਂ ਨੂੰ ਵੀ ਡੇਰੇ ਪਾਸ ਹੁਣ ਕੋਈ ਵੋਟ ਬੈਂਕ ਹੈ ਨਹੀਂ, ਜਿਹੜੀ ਡੇਰੇ ਦੀ ਸੰਗਤ ਹੈ ਬੜੀ ਸੂਝਵਾਨ ਹੈ, ਉਹ ਆਪਣੇ ਆਪ ਕੋਈ ਆਮ ਆਦਮੀ ਨਾਲ ਜੁੜਿਆ ਹੈ, ਕੋਈ ਕਾਂਗਰਸ ਨਾਲ ਜੁੜਿਆ ਹੈ, ਕੋਈ ਅਕਾਲੀਆਂ ਨਾਲ ਜੁੜਿਆ ਹੈ, ਆਪਣੇ ਲੈਵਲ ਤੇ ਪਾਉਂਦੇ ਨੇ। ਹਾਂ ਇਹ ਭਰਮ ਭੁਲੇਖਾ ਜ਼ਰੂਰ ਉਹ ਜਿਹੜੇ ਜ਼ਿੰਮੇਵਾਰ ਕਹਾਉਂਦੇ ਨੇ ਉਹ ਭਰਮ ਭੁਲੇਖਾ ਜ਼ਰੂਰ ਪੈਦਾ ਕਰਦੇ ਨੇ ਲੀਡਰਾਂ ਤੋਂ ਫਾਇਦਾ ਉਠਾਉਣ ਲਈ, ਬਈ ਸਾਡੇ ਕਹੇ ਤੇ ਸੰਗਤ ਵੋਟ ਪਾਉਂਦੀ ਹੈ, ਪਾਉਂਦਾ ਪੂੰਦਾ ਕੋਈ ਕਿਸੇ ਦੇ ਕਹੇ ਤੋਂ ਨਹੀਂ, ਤੇ ਉਹ ਆਪਦੇ ਲੈਵਲ ਤੇ ਆਪ ਕਰਦੇ ਨੇ। ਤੇ ਇਹ ਅਸੀਂ ਉਮੀਦ ਵੀ ਕਰਦੇ ਹਾਂ ਤੇ ਹਾਈ ਕੋਰਟ ਵੱਲੋਂ ਪ੍ਰੈਸ਼ਰ ਵੀ ਬਣਿਆ ਹੋਇਆ ਵੀ ਇੰਨਾ ਸਮਾਂ ਗੁਜ਼ਰ ਗਿਆ, ਇਹ ਮੌੜ ਬਲਾਸਟ ਨੂੰ ਅਸੀਂ ਕਨਕਲੂਡ ਕਰਾ ਕੇ ਛੱਡਣਾ। ਸਾਡੀ ਵੀ ਜਿੱਦ ਹੈ ਵੀ ਕਿਤੇ ਜਾਣਾ ਪਏ, ਚਾਹੇ ਸਾਨੂੰ ਸੁਪਰੀਮ ਕੋਰਟ ਦਾ ਜਾਣਾ। 4 ਸਾਲ ਹੋ ਗਏ ਸੀ ਮੌੜ ਬੰਬ ਬਲਾਸਟ ਦੇ ਪਿੱਛੇ ਲੱਗਿਆ ਨੂੰ, ਪਹਿਲਾਂ ਸਾਡੀ ਰਿਟ ਡਿਸਪੋਜ਼ ਆਫ ਕਰਤੀ, ਹਾਈ ਕੋਰਟ ਨੇ ਸਾਨੂੰ ਲਿਬਰਟੀ ਦਿੱਤੀ ਸੀ ਵੀ ਮੁੜ ਆ ਸਕਦਾ ਜੇ ਤਫਤੀਸ਼ ਅੱਗੇ ਨਾ ਵਧੇ, ਅਸੀਂ ਮੁੜ ਆਏ। ਫਿਰ ਸਾਡੀ ਉਹਨਾਂ ਨੇ ਮਿਸਗਾਈਡ ਕਰਕੇ ਕੋਰਟ ਨੂੰ ਵੀ ਅਸੀਂ ਕਨਕਲੂਡ ਕਰਤੀ, ਝੂਠ ਬੋਲ ਕੇ ਸਾਡੀ ਉਹ ਪਟੀਸ਼ਨ ਡਿਸਪੋਜ਼ ਆਫ ਕਰਵਾ ਲਈ ਸੀ। ਅਸੀਂ ਮੁੜ ਜਿਹੜਾ ਹੈਗਾ ਰਿਵਿਊ ਪਾਈ ਬੈਠੇ ਹਾਂ, ਅਸੀਂ ਸਿੱਟ ਤੇ ਕੰਟੈਂਪਟ ਵੀ ਪਾਈ, ਬਾਈ ਨੇਮ ਅਸੀਂ ਡੀਜੀਪੀ ਦਿਨਕਰ ਗੁਪਤਾ ਦੇ ਤੇ ਸਿੱਟ ਦੇ ਮੈਂਬਰਾਂ ਤੇ ਕੰਟੈਂਪਟ ਆਫ ਕੋਰਟ ਵੀ ਪਾਈ, ਲੇਕਿਨ ਕੰਟੈਂਪਟ ਦੇ ਵਿੱਚ ਹਾਈ ਕੋਰਟ ਦੀ ਜਿਹੜੀ ਜੁਡੀਕਸ਼ਨ ਹੈ ਉਹ ਲਿਮਟਿਡ ਹੈ। ਇਸ ਕਰਕੇ ਜਿਹੜਾ ਹੈਗਾ ਅਸੀਂ ਹੁਣ ਰਿਵਿਊ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਤੇ ਪ੍ਰੈਸ਼ਰ ਬਣਾ ਕੇ ਜਿਹੜਾ ਹੈਗਾ ਇਹਨੂੰ ਲੋਕਾਂ ਨੂੰ ਇਨਸਾਫ ਦਿਵਾਈਏ, ਤਾਂ ਕਿ
ਜਿਹੜੇ ਬੰਦੇ 25 ਇੰਜਰਡ ਹੋਏ ਉਹਨਾਂ ਦੀ ਲਾਈਫ ਤਬਾਹ ਹੋ ਗਈ, ਉਹਨਾਂ ਦਾ ਬੜਾ ਬੁਰਾ ਹਾਲ ਹੈ, ਉਹਨਾਂ ਦਾ ਬੜਾ ਖਰਚਾ ਹੋ ਰਿਹਾ, ਉਹਨਾਂ ਨੂੰ ਬਹੁਤਾ ਇੰਨੀ ਕੋਈ ਫਾਈਨੈਂਸ਼ੀਅਲੀ ਮਦਦ ਉਹਨਾਂ ਦੀ ਸਾਂਭ ਸੰਭਾਲ ਦੀ ਹੋਈ ਨਹੀਂ। ਇਸੇ ਤਰ੍ਹਾਂ ਜਿਨ੍ਹਾਂ ਦੇ ਬੰਦੇ ਮਾਰੇ ਗਏ ਉਹਨਾਂ ਦੇ ਦਿਲਾਂ ਨੂੰ ਠੰਡ ਉਦੋਂ ਪਊ ਜਦੋਂ ਦੋਸ਼ੀਆਂ ਨੂੰ ਸਜ਼ਾ ਮਿਲੂਗੀ। ਇਹ ਪ੍ਰੋਸੈਸ ਨੂੰ ਤੇਜ਼ ਕਰਨਾ ਸਰਕਾਰਾਂ ਦਾ ਕੰਮ ਹੈ, ਜੋ ਕਰਨਾ ਚਾਹੀਦਾ ਜੀ। ਸੋ ਦਰਸ਼ਕੋ, ਅਸੀਂ 31 ਜਨਵਰੀ ਨੂੰ ਜਿਹੜਾ ਇਹ ਪ੍ਰੋਗਰਾਮ ਇਸ ਕਰਕੇ ਕਰ ਰਹੇ ਹਾਂ, ਡਿਬੇਟ ਇਸ ਕਰਕੇ ਕੀਤੀ ਹੈ ਕਿਉਂਕਿ ਅੱਜ ਦੇ ਦਿਨ ਲਗਭਗ ਇਸ ਵੇਲੇ ਦੇ ਕਰੀਬ ਹੀ ਮੌੜ ਦੇ ਵਿੱਚ, ਵਿਧਾਨ ਸਭਾ ਹਲਕਾ ਮੌੜ ਮੰਡੀ ਦੇ ਵਿੱਚ, ਮੌੜ ਕਸਬੇ ਦੇ ਵਿੱਚ ਜਿਹੜਾ ਹੈਗਾ ਇੱਕ ਚੋਣ ਜਲਸੇ ਦੇ ਨੇੜੇ ਜਿਹੜਾ ਬੰਬ ਧਮਾਕਾ ਹੋਇਆ ਸੀ, ਜਿਸ 'ਚ ਆਪਾਂ ਪਹਿਲਾਂ ਵੀ ਵਾਰ-ਵਾਰ ਕਿਹਾ 7 ਬੰਦੇ ਮਾਰੇ ਗਏ, ਜਿਸ 'ਚ 5 ਮਾਸੂਮ ਬੱਚੇ ਸਨ ਤੇ 25 ਜਣੇ ਜ਼ਖਮੀ ਹੋਏ ਨੇ ਤੇ ਹੁਣ ਤੱਕ ਬੰਦੇ ਵੀ ਨਾਮਜ਼ਦ ਹੋ ਗਏ ਨੇ। ਲਗਭਗ ਸ਼ੱਕੀ ਜਿਹੜੇ ਨੇ ਪਤਾ ਲੱਗ ਗਿਆ ਕੌਣ ਹੈ ਤੇ ਤਾਰਾਂ ਵੀ ਲਗਭਗ ਡੇਰਾ ਸਿਰਸਾ ਨਾਲ ਜੁੜੀਆਂ ਹੋਈਆਂ ਨੇ। ਜਿਵੇਂ ਵਕੀਲ ਸਾਹਿਬ ਨੇ ਇਹ ਸਾਰੀਆਂ ਗੱਲਾਂ ਹਾਈ ਕੋਰਟ ਦੇ ਸਾਹਮਣੇ ਹਲਫਨਾਮਿਆਂ ਦੇ ਰੂਪ ਦੇ ਵਿੱਚ ਦਿੱਤੀਆਂ ਹੋਈਆਂ ਨੇ, ਤਾਂ ਵੀ ਜਾ ਕੇ ਹੁਣ ਤੱਕ ਇਨਸਾਫ ਨਹੀਂ ਮਿਲਿਆ। ਪਹਿਲਾਂ ਤਾਂ ਅਸੀਂ ਇੱਕ ਇਹ ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਇਸ ਵਾਰ ਦੀਆਂ ਚੋਣਾਂ ਜ਼ਰੂਰ ਅਮਨ ਅਮਾਨ ਨਾਲ ਸਿਰੇ ਚੜ੍ਹ ਜਾਣ। ਹਾਲਾਂਕਿ ਇਹ ਚੋਣ ਜ਼ਾਬਤਾ ਲੱਗਣ ਤੋਂ 3 ਹਫ਼ਤੇ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਇੱਕ ਬੰਬ ਬਲਾਸਟ ਹੋ ਕੇ ਹਟਿਆ, ਉਸ ਨੇ ਵੀ ਇੱਕ ਵਾਰ ਚੁਕੰਨਾ ਕਰ ਦਿੱਤਾ ਸੀ ਤੇ ਉਸ ਮਾਮਲੇ 'ਚ ਵੀ ਜਿਹੜਾ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਹੋਈਆਂ ਨੇ ਉਹ ਖੈਰ ਇੱਕ ਵੱਖਰੀ ਡਿਬੇਟ ਦਾ ਵਿਸ਼ਾ ਆਪਾਂ ਮੰਨਦੇ ਆ ਤੇ ਅਸੀਂ ਇਸੇ ਉਮੀਦ ਨਾਲ ਜਿਹੜਾ ਇਹ ਖਤਮ ਕਰ ਰਹੇ ਹਾਂ ਪ੍ਰੋਗਰਾਮ ਕਿ ਇਹ ਚੋਣਾਂ ਘੱਟੋ ਘੱਟ ਇਸ ਵਾਰ ਦੀਆਂ ਜ਼ਰੂਰ ਅਮਨ ਅਮਾਨ ਨਾਲ ਸਿਰੇ ਚੜ੍ਹਨ ਤੇ ਜਿਹੜੀ ਵੀ ਸਰਕਾਰ ਅੱਗੇ ਆਉਂਦੀ ਹੈ ਉਹ ਮੌੜ ਮੰਡੀ ਬੰਬ ਧਮਾਕੇ ਦਾ ਜਿਹੜਾ ਇਨਸਾਫ ਉਹਨੂੰ ਜਾਂਚ ਨੂੰ ਸਿਰੇ ਚੜਾਵੇ ਤਾਂ ਕਿ ਅਦਾਲਤ ਇਨਸਾਫ ਕਰ ਸਕੇ। ਬਹੁਤ ਸ਼ੁਕਰੀਆ ਜੀ।